हेलो स्टूडेंट्स, वेलकम बैक। ਆਪਾਂ ਲਾਸਟ ਪਲੱਸ 1 ਚ ਪੜ੍ਹੇ ਸੀ ਕੰਪਲੈਕਸ ਨੰਬਰਸ। ਇੰਟਰੋਡਕਸ਼ਨ ਪੜ੍ਹੀ ਸੀ, 2-3 ਦਿਨ ਹੋ ਗਏ, ਕਾਫੀ ਲੇਟ ਹੋ ਗਏ। ਕੰਪਲੈਕਸ ਨੰਬਰਸ ਕੀ ਹੁੰਦੇ ਆ ਆਪਾਂ ਬੇਸਿਕ ਕੀਤਾ ਹੀ। ਸਭ ਨੂੰ ਪਹਿਲਾਂ ਨੰਬਰਸ ਕਿੱਦਾਂ ਕਿੱਦਾਂ ਤੁਰਦੇ ਆਏ, ਫਿਰ ਆਪਾਂ ਸਭ ਨੂੰ ਲਾਸਟ ਦੇ ਵਿੱਚ ਆਪਾਂ ਕੀ ਪੜ੍ਹੇ ਸੀ ਕੰਪਲੈਕਸ ਨੰਬਰ ਕੀ ਹੁੰਦੇ ਸੀ ਜਦੋਂ ਅੰਡਰਰੂਟ ਦੇ ਵਿੱਚ ਸਾਡੇ ਕੋਲ ਕੀ ਆਉਂਦਾ ਸੀ -2, ਫਿਰ -2 ਇਹਨੂੰ ਫਿਰ ਆਪਾਂ ਕਿਹਾ ਇਹਨੂੰ ਇਦਾਂ ਕਿੱਦਾਂ ਲਿਖ ਦਈਏ 2 × -1। ਫਿਰ ਮੈਂ ਤੁਹਾਨੂੰ ਬੜੀ ਵਧੀਆ ਐਗਜ਼ਾਮਪਲ ਦਿੱਤੀ ਕਿਉਂਕਿ ਆਪਾਂ 10th ਚ ਪੜ੍ਹਿਆ ਸੀ 10th ਤੱਕ 2 × √3 ਕਿੰਨਾ ਹੁੰਦਾ √6। अगर यह होंगे तो √6 ਨੂੰ ਵੀ ਤਾਂ ਮੈਂ ਇਦਾਂ ਲਿਖ ਸਕਦਾ √2, ਜਿੱਦਾਂ √2 ਹੈ, ਸੌਰੀ ਇੱਥੇ ਲਿਖ ਲਓ ਤੁਸੀਂ √2 × √3 ਕਿਹਦੇ ਇਕੁਅਲ ਹੋ ਜਾਂਦਾ √2 × 3। ਇਹ ਕਿੰਨਾ ਹੋ ਗਿਆ √6। ਉਦਾਂ ਹੀ ਇਹਨੂੰ ਵੀ ਅਗਰ ਇਹਨੂੰ ਇਦਾਂ ਲਿਖ ਦਈਏ ਕੋਈ ਫਰਕ ਤੇ ਨਹੀਂ ਪਿਆ ਹੈ ਤੇ ਫਿਰ ਉਹੀ ਬਣ ਗਿਆ। ਤੇ ਇਹ ਕੀ ਬਣ ਜਾਂਦਾ √2 × √-1। ਅੰਡਰਰੂਟ ਦੇ ਵਿੱਚ ਆਪਾਂ ਕਦੀ ਵੀ ਨੈਗੇਟਿਵ ਨਹੀਂ ਪੜ੍ਹੇ ਤੇ ਇਹ ਨੈਗੇਟਿਵ ਜਦੋਂ ਆਉਂਦਾ ਇਹਨੂੰ ਆਪਾਂ ਨਾਮ ਦਿੱਤਾ ਸੀ ਏਓਟਾ। ਲਿਖਣਾ ਆਈ ਹੈ ਤੇ ਬੋਲਣਾ ਕੀ ਹੈ ਏਓਟਾ। ਤੇ ਇਹਨੂੰ ਆਪਾਂ ਕੀ ਬੋਲਤਾ ਸੀ ਕੰਪਲੈਕਸ ਨੰਬਰ। ਇਹਨੂੰ ਆਪਾਂ ਕੀ ਬੋਲਤਾ ਸੀ ਕੰਪਲੈਕਸ ਨੰਬਰ। ਅਗਰ ਸਾਡੇ ਕੋਲ ਅੰਡਰਰੂਟ ਦੇ ਵਿੱਚ ਏਓਟਾ ਨੈਗੇਟਿਵ ਆ ਜੇ ਤੁਹਾਨੂੰ ਆਪਾਂ ਕੀ ਬੋਲ ਦਿੰਦੇ ਆ ਕੰਪਲੈਕਸ ਨੰਬਰ। ਕਦੀ ਵੀ ਤੁਹਾਨੂੰ ਇਹ ਬਹੁਤ ਘੱਟ ਲਿਖਿਆ ਹੋਏਗਾ √-2 ਇਦਾਂ ਨਹੀਂ ਲਿਖਿਆ ਹੋਏਗਾ, ਉਹਨੇ ਤੁਹਾਨੂੰ ਇਦਾਂ ਲਿਖਣਾ √2 ਏਓਟਾ। ਏਓਟਾ ਮਤਲਬ ਕੰਪਲੈਕਸ ਨੰਬਰ। अगर आप इन जनरल कंप्लेक्स नंबर पढ़िए ਇਹ ਤਾਂ ਚਲੋ ਹੋ ਗਿਆ ਨਾ। इन जनरल ਉਹਨੇ ਕਿੱਦਾਂ ਲਿਖਿਆ ਹੁੰਦਾ z = ਕੰਪਲੈਕਸ ਨੰਬਰ ਕਿੱਦਾਂ ਡਿਨੋਟ ਕਰਨੇ ਆ z ਨਾਲ। ਜਿੱਦਾਂ ਰੀਅਲ ਨੰਬਰ ਆਪਾਂ r ਨਾਲ ਡਿਨੋਟ ਕਰਨੇ ਆ ਉਦਾਂ z ਨੰਬਰ ਕਿੰਨਾ ਡਿਨੋਟ ਕਰਨੇ ਆਪਾਂ ਕੰਪਲੈਕਸ ਨੰਬਰ ਕਿੰਨਾ ਡਿਨੋਟ ਕਰਨੇ ਆਪਾਂ z ਨਾਲ। z ਕਿਹਦੇ ਇੱਕ ਹੁੰਦਾ ਇਨ ਜਨਰਲ x + ਏਓਟਾ y। ਤੁਸੀਂ ਕਹੋਗੇ ਸਰ ਆਪਾਂ ਦੇ ਇਹੀ ਪੜ੍ਹੇ ਆ ਜਿੱਦਾਂ √3 ਏਓਟਾ ਆ ਗਿਆ, √4 ਏਓਟਾ ਮਤਲਬ ਇਹੀ ਹੋ ਗਿਆ ਨਾ -√3 -√4 है ना, √4 यानी कि 2 हो गया, फिर 2 ਏਓਟਾ। ਇਹ ਕਿਦਾਂ ਹੋ ਗਿਆ x + ਏਓਟਾ y। ਜਿੱਦਾਂ ਆਪਾਂ ਅਗਰ ਸਪੋਜ਼ ਕਰੋ ਇਕੁਏਸ਼ਨ ਸੋਲਵ ਕਰਨੀ ਹੈ x² + x + 1 = 0। x² + x + 1 = 0। ਇਹਨੂੰ ਸੋਲਵ ਕਰੋ, ਸਪਲਿਟ ਕਰੋ, ਫੈਕਟਰ ਇਹਦੇ ਬਣਨੇ ਨਹੀਂ ਹੈ, 10th ਚ ਪੜ੍ਹਿਆ। ਅਗਰ ਨਾ ਫੈਕਟਰ ਬਣਨ ਤੇ ਫਿਰ ਕੀ ਹੁੰਦਾ ਸੀ x = -b ± b² -4ac/2 -1 ± ਇਹ ਵੀ ਕੀ ਆ ਗਿਆ ਅੰਡਰਰੂਟ ਦੇ ਵਿੱਚ -3। ਤੇ ਇਹ ਕੀ ਬਣ ਗਿਆ -1 ± √3 ਏਓਟਾ/2। ਇਹ ਬਣ ਗਿਆ। ਹੁਣ ਅੰਡਰਰੂਟ ਦੇ ਵਿੱਚ ਮਾਈਨਸ ਆ ਗਿਆ, ਅੰਡਰਰੂਟ ਮਾਈਨਸ ਆਪਾਂ ਪੜ੍ਹਿਆ ਨਹੀਂ 10th ਤੱਕ। ਕਈ ਵਾਰੀ ਕੀ ਹੁੰਦਾ ਕੰਪਲੈਕਸ ਵਿੱਚ ਇਕੱਲਾ ਏਓਟਾ ਵਾਲਾ ਆ ਜਾਂਦਾ, ਕਈ ਏਓਟਾ ਵਾਲੇ ਦੇ ਨਾਲ ਇਦਾਂ ਵੀ ਬਣ ਜਾਂਦਾ। ਜਿੱਦਾਂ ਆਪਾਂ ਰੈਸ਼ਨਲ ਨੰਬਰ ਪੜ੍ਹੇ ਸੀ, ਰੈਸ਼ਨਲ ਨੰਬਰ ਕੀ ਹੁੰਦੇ ਸੀ ਅੰਡਰਰੂਟ ਵਾਲੇ √2 √3। ਪਰ ਕਈ ਵਾਰੀ ਸਾਡੇ ਕੋਲ ਸੋਲਵ ਕਰਦੇ ਇਹ ਵੀ ਬਣ ਜਾਂਦਾ 2 + √2 2 - √2 ਇਹ ਸਾਰੇ ਹਨ ਉਦਾਂ ਹੀ ਹੈ। ਕੰਪਲੈਕਸ ਨੰਬਰ ਹਾਂ ਉਹੀ ਹੁੰਦੇ ਆ ਜਦੋਂ ਅੰਡਰਰੂਟ ਦੇ ਵਿੱਚ ਕੀ ਆ ਜਾਏ ਸਾਡੇ ਕੋਲ -ਏਓਟਾ। ਪਰ ਇਨ ਜਨਰਲੀ ਆਪਾਂ ਕੰਪਲੈਕਸ ਨੰਬਰ ਕਿੱਦਾਂ ਲਿਖਣੇ ਆ z = x + ਏਓਟਾ y। ਇਹਨੂੰ ਧਿਆਨ ਨਾਲ ਦੇਣਾ। ਹੁਣ ਇਹਦੇ ਵਿੱਚ ਜਿਹੜਾ ਇਹ x ਹੁੰਦਾ ਹੈ, x ਨੂੰ ਆਪਾਂ ਕੀ ਬੋਲ ਦਿੰਦੇ ਆ ਰੀਅਲ ਪਾਰਟ, ਤੇ ਇਹ y ਨੂੰ ਆਪਾਂ ਕੀ ਬੋਲ ਦਿੰਦੇ ਆ ਇਮੇਜਿਨਰੀ ਪਾਰਟ। x ਕੀ ਹੁੰਦਾ ਰੀਅਲ ਪਾਰਟ ਤੇ y ਕੀ ਹੁੰਦਾ ਇਮੇਜਿਨਰੀ ਪਾਰਟ। ਮਤਲਬ ਜਿੱਦਾਂ ਆਪਾਂ 2 + 3 ਏਓਟਾ ਲਿਖਿਆ, ਇਹਦੇ ਵਿੱਚ 2 ਕੀ ਹੋ ਗਿਆ ਰੀਅਲ ਪਾਰਟ, ਤੇ ਰੀਅਲ ਪਾਰਟ ਕਿੰਨਾ, ਰੀਅਲ ਪਾਰਟ ਨੂੰ ਸ਼ਾਰਟ ਫਾਰਮ ਚ rp ਲਿਖ ਦਿੰਦਾ, ਇਮੇਜਿਨਰੀ ਪਾਰਟ ਨੂੰ ip। ਰੀਅਲ ਪਾਰਟ ਕਿੰਨਾ ਹੋ ਗਿਆ ਸਾਡੇ ਕੋਲ 2 ਤੇ ਇਮੇਜਿਨਰੀ ਪਾਰਟ ਕਿੰਨਾ ਹੋ ਗਿਆ ਸਾਡੇ ਕੋਲ 3। ਕੰਪਲੈਕਸ ਨੰਬਰ ਪਤਾ ਲੱਗ ਗਿਆ ਹੈਗਾ ਕਿਉਂਕਿ ਏਓਟਾ ਆ ਗਿਆ ਨਾਲ। ਜਦੋਂ ਵੀ ਏਓਟਾ ਆਏਗਾ ਮਤਲਬ ਕੰਪਲੈਕਸ ਨੰਬਰ। ਠੀਕ ਹੈ। ਅਗਰ ਮੰਨ ਲਓ ਤੁਹਾਡੇ ਕੋਲ ਸੋਲਵ ਕਰਦੇ ਕਦੇ ਇਹੀ ਬਣ ਜਾਂਦਾ 2 ਏਓਟਾ, ਫਿਰ ਇਹਨੂੰ ਆਪਾਂ ਕੀ ਲਿਖ ਦਿੰਦੇ ਆ 0 + 2 ਏਓਟਾ। ਇਹਦੇ ਵਿੱਚ 0 ਕੀ ਆ ਗਿਆ ਰੀਅਲ ਪਾਰਟ ਤੇ ਇਮੇਜਿਨਰੀ ਪਾਰਟ ਕਿੰਨਾ ਆ ਗਿਆ 2। ਜਿਸ ਲਈ ਆਪਾਂ ਇਮੇਜਿਨਰੀ ਪਾਰਟ ਦੀ ਗੱਲ ਕਰਨੀ ਹੈ ਤੇ ਨਾਲ ਏਓਟਾ ਨਹੀਂ ਪਾਣਾ, ਏਓਟਾ ਦੇ ਨਾਲ ਵਾਲੀ ਟਰਮ ਜੋ ਏਓਟਾ ਦੇ ਨਾਲ ਲੱਗਿਆ ਉਹਨੂੰ ਆਪਾਂ ਕਹਿੰਦੇ ਆ ਇਮੇਜਿਨਰੀ ਪਾਰਟ। ਇਹ ਨਹੀਂ ਕਰਨਾ ਇਮੇਜਿਨਰੀ ਪਾਰਟ ਲਿਖਤਾ ਤੇ ਨਾਲ ਏਓਟਾ ਵੀ ਲਿਖ ਦੇਣਾ, ਨਹੀਂ। ਇਮੇਜਿਨਰੀ ਪਾਰਟ ਦਾ ਮਤਲਬ ਇਹੀ ਹੁੰਦਾ ਹੈ ਏਓਟਾ ਦੇ ਨਾਲ ਵਾਲੀ ਟਰਮ। ਠੀਕ ਹੈ। ਰੀਅਲ ਪਾर्ट ਤੇ इमेजिनरी पार्ट ਤੇ ਜਨਰਲੀ ਕੰਪਲੈਕਸ ਨੰਬਰ ਕਿਦਾਂ ਹੁੰਦਾ x + ਏਓਟਾ y।
ਹੁਣ ਆਪਾਂ ਅੱਗੇ ਕੰਪਲੈਕਸ ਨੰਬਰ 'ਚ ਪੜਾਂਗੇ। ਕੰਪਲੈਕਸ ਨੰਬਰ ਜਿੱਦਾਂ ਆਪਾਂ ਨੰਬਰ ਪੜ੍ਹੇ, ਨੰਬਰ ਤੋਂ ਬਾਅਦ ਜਿੱਦਾਂ ਸਟਾਰਟਿੰਗ 'ਚ ਪੜ੍ਹੇ ਨੈਚੁਰਲ ਨੰਬਰ, ਰੀਅਲ ਨੰਬਰ, ਰੈਸ਼ਨਲ, ਜੋ ਵੀ ਆਪਾਂ ਪੜ੍ਹੇ ਪਿੱਛੇ 10th ਤੱਕ। ਫਿਰ ਉਹਦੇ ਵਿੱਚ ਆਪਾਂ ਕਿਹੜੇ ਆਪਰੇਸ਼ਨ ਲਗਾਈ, ਐਡੀਸ਼ਨ, ਮਲਟੀਪਲੀਕੇਸ਼ਨ, ਸਬਟ੍ਰੈਕਸ਼ਨ। ਹੁਣ ਆਪਾਂ ਕੰਪਲੈਕਸ ਨੰਬਰ ਪੜ੍ਹੇ ਆ, ਤੇ ਸਭ ਤੋਂ ਪਹਿਲਾਂ ਆਪਾਂ ਇਹੀ ਦੇਖਣਾ ਵੀ ਦੋ ਕੰਪਲੈਕਸ ਨੰਬਰ ਐਡ ਕਿੱਦਾਂ ਹੁੰਦੇ ਆ, ਦੋ ਕੰਪਲੈਕਸ ਨੰਬਰ ਮਾਈਨਸ ਕਿੱਦਾਂ ਹੁੰਦੇ, ਦੋ ਜਾਂ ਦੋ ਤੋਂ ਜ਼ਿਆਦਾ ਕੰਪਲੈਕਸ ਨੰਬਰ 'ਚ ਆਪਰੇਸ਼ਨ ਕਿੱਦਾਂ ਲੈਂਦੇ ਆ। ਹਾਊ ਟੂ ਐਡ, ਸਬਟ੍ਰੈਕਟ, ਮਲਟੀਪਲਾਈ ਐਂਡ ਡਿਵਾਈਡ ਕੰਪਲੈਕਸ ਨੰਬਰਸ। ਤੇ ਇਸ ਤੋਂ ਪਹਿਲਾਂ ਤੁਹਾਨੂੰ ਇੱਕ ਚੀਜ਼ ਹੋਰ ਕਲੀਅਰ ਹੋਣੀ ਚਾਹੀਦੀ ਹੈ ਵੀ ਆਇਓਟਾ ਦੀ ਵੈਲਿਊ ਕਿੰਨੀ ਹੁੰਦੀ ਹੈ, √-1। ਆਪਾਂ ਪੜ੍ਹ ਲਿਆ। ਉਹਨੇ ਕਿਤੇ ਇੱਥੇ ਐ ਨਹੀਂ ਲਿਖਿਆ ਹੋਣਾ, ਉਹਨੇ ਐ ਨਹੀਂ ਲਿਖਿਆ 2 + 3 ਆਇਓਟਾ ਮਤਲਬ √-1। ਅੱਗੇ √-1 ਉਹਨੇ ਬਹੁਤ ਘੱਟ ਯੂਜ਼ ਕੀਤਾ ਹੋਣਾ, ਉਹਦੀ ਜਗ੍ਹਾ ਤੇ ਕੀ ਲਿਖ ਦੇਣਾ, ਆਇਓਟਾ ਮਤਲਬ ਕੰਪਲੈਕਸ ਨੰਬਰ। ਅਗਰ ਆਇਓਟਾ √-1 ਹੈ ਤੇ ਆਇਓਟਾ ਸਕੁਅਰ ਕਿੰਨਾ ਹੋਏਗਾ, ਸਕੁਅਰਿੰਗ ਕਰ ਦੋ ਦੋਨੋਂ ਸਾਈਡਾਂ ਤੇ। ਆਇਓਟਾ ਦਾ ਸਕੁਅਰ ਇਹ ਹੋ ਗਿਆ, ਇਹ ਕਿੰਨਾ ਬਣ ਗਿਆ, √ ਦਾ ਸਕੁਅਰ ਕੱਟਿਆ ਗਿਆ, ਆਇਓਟਾ ਸਕੁਅਰ ਕਿੰਨਾ ਆ ਗਿਆ, -1 ਸਕੁਅਰਿੰਗ ਕੀਤੀ। ਉਦਾਂ ਹੀ ਆਇਓਟਾ ਕਿਊਬ ਨੂੰ ਜੇ ਮੈਂ ਇਦਾਂ ਲਿਖਦਾ ਕੋਈ ਫਰਕ ਤਾਂ ਨਹੀਂ ਪਿਆ, ਬੇਸ ਸੇਮ ਹੈ, ਪਾਵਰ ਐਡ ਕਰੋਗੇ ਤੇ ਕੀ ਬਣ ਗਿਆ ਫਿਰ ਕਿਊਬ। ਆਇਓਟਾ ਸਕੁਅਰ ਕਿੰਨਾ ਹੋ ਗਿਆ, ਆਇਓਟਾ ਸਕੁਅਰ -1 ਤੇ ਆਇਓਟਾ ਦੀ ਪਾਵਰ 1, ਆਇਓਟਾ ਹੀ ਤੇ ਕੀ ਬਣ ਗਿਆ -ਆਇਓਟਾ। ਇਹ ਯਾਦ ਰੱਖਣਾ, ਜਦੋਂ ਵੀ ਕੰਪਲੈਕਸ ਨੰਬਰ ਆਣੀ ਹੈ, ਇੱਕ ਜ਼ਿਆਦਾਤਰ ਮਲਟੀਪਲੀਕੇਸ਼ਨ 'ਚ ਯੂਜ਼ ਹੋਣੀ ਹੈ ਚੀਜ਼ਾਂ। ਜਦੋਂ ਆਪਾਂ ਦੋ ਕੰਪਲੈਕਸ ਨੰਬਰ ਨੂੰ ਮਲਟੀਪਲਾਈ ਕਰਾਂਗੇ, ਆਪਾਂ ਜਦੋਂ ਵੀ ਕੰਪਲੈਕਸ ਨੰਬਰ ਲਿਖਣਾ ਆਇਓਟਾ 'ਚ ਲਿਖਣਾ, ਆਇਓਟਾ ਦੀ ਹਾਈਅਰ ਪਾਵਰ 'ਚ ਨਹੀਂ ਲਿਖਣਾ। ਅਗਰ ਹਾਈਅਰ ਪਾਵਰ 'ਚ ਆ ਜਾਏਗਾ ਫਿਰ ਉਹਦੀ ਵੈਲਿਊ ਪੁੱਟ ਕਰ ਦੇਣੀ ਹੈ। ਉਹਦੇ ਵਾਸਤੇ ਸਾਨੂੰ ਇਹ ਵੈਲਿਊ ਯਾਦ ਰੱਖਣੀ ਪੈਣੀ ਹੈ, ਆਇਓਟਾ ਸਕੁਅਰ -1, ਆਇਓਟਾ ਕਿਊਬ -ਆਇਓਟਾ, ਆਇਓਟਾ ਦੀ 4 ਕਿੰਨਾ ਆ ਗਿਆ। ਅੱਛਾ, ਆਇਓਟਾ 4 ਮਤਲਬ ਆਇਓਟਾ ਸਕੁਅਰ ਦਾ ਸਕੁਅਰ, ਜਾਂ ਆਇਓਟਾ ਸਕੁਅਰ * ਆਇਓਟਾ ਸਕੁਅਰ ਇਦਾਂ ਲਿਖ ਲਿਓ, ਜਾਂ ਆਇਓਟਾ ਸਕੁਅਰ ਦਾ ਸਕੁਅਰ। ਇਹ ਵੀ -1, ਇਹ ਵੀ -1 ਮਤਲਬ ਇਹ ਕਿੰਨਾ ਆ ਗਿਆ 1। ਆਇਓਟਾ 4 ਕਿੰਨਾ ਆ ਗਿਆ 1। ਉਦਾਂ ਹੀ ਆਇਓਟਾ 5, ਆਇਓਟਾ 4 * ਆਇਓਟਾ 1 * ਇਹਨੂੰ ਆਇਡੈਂਟੀਟੀ ਕਹਿੰਦੇ ਆ। ਆਇਓਟਾ 4 1 ਆ ਗਿਆ, ਇਹਨੂੰ ਆਪਾਂ ਕੀ ਕਹਿੰਦੇ ਆ, ਆਇਡੈਂਟੀਟੀ ਆ ਗਈ 4। ਆਇਓਟਾ 6 ਕਿੰਨਾ ਆ ਗਿਆ, ਆਇਓਟਾ 4 * ਆਇਓਟਾ ਸਕੁਅਰ। ਮਤਲਬ ਆਇਡੈਂਟੀਟੀ ਦਾ ਮਤਲਬ ਕੀ ਹੁੰਦਾ ਹੈ, ਜਿੱਥੇ 1 ਬਣ ਜਾਏਗਾ ਉਸ ਤੋਂ ਬਾਅਦ ਵੈਲਿਊ ਫਿਰ ਰਿਪੀਟ ਹੋਣੀ ਸ਼ੁਰੂ ਹੋ ਜਾਣੀ ਹੈ। ਮਤਲਬ ਆਇਓਟਾ 5 ਦੀ ਕੋਈ ਨਵੀਂ ਵੈਲਿਊ ਨਹੀਂ ਆਣੀ, ਆਇਓਟਾ ਦੀ ਪਾਵਰ ਜਿੰਨੀ ਮਰਜ਼ੀ ਆ ਜਾਏ, ਸਾਡੇ ਕੋਲ ਵੈਲਿਊ ਇਹੀ ਆਣੀ ਹੈ ਸਿਰਫ, ਹੈ ਬਸ 4। ਜਿੱਦਾਂ ਆਇਓਟਾ 5 ਇਹ ਫਿਰ ਕੀ ਬਣ ਗਿਆ, ਆਇਓਟਾ 6 ਹੈ ਫਿਰ ਕਿੰਨਾ ਬਣ ਜਾਣਾ, ਆਇਓਟਾ ਸਕੁਅਰ। ਦੇਖੋ ਕਿੱਦਾਂ, ਆਇਓਟਾ 4 ਕਿੰਨਾ ਆ ਗਿਆ 1 * ਆਇਓਟਾ ਸਕੁਅਰ, ਫਿਰ ਕੀ ਬਣ ਗਿਆ, ਆਇਓਟਾ ਸਕੁਅਰ। ਤੇ ਆਇਓਟਾ ਸਕੁਅਰ ਮਤਲਬ -1। ਉਦਾਂ ਹੀ ਆਇਓਟਾ 7 ਕਿੱਦਾਂ ਹੈਗਾ, ਆਇਓਟਾ 4 * ਆਇਓਟਾ ਕਿਊਬ, ਆਇਓਟਾ 4 ਕਿੰਨਾ ਹੈ 1, ਫਿਰ ਆਇਓਟਾ ਕਿਊਬ ਬਣ ਗਿਆ, ਆਇਓਟਾ ਕਿਊਬ ਕਿੰਨਾ ਹੈ -ਆਇਓਟਾ। ਆਇਓਟਾ 8 ਕਿੰਨਾ ਬਣ ਗਿਆ, ਆਇਓਟਾ 4 * ਆਇਓਟਾ 4, ਇਹ ਕਿੰਨਾ ਬਣ ਗਿਆ 1 * 1 ਕਿੰਨਾ ਬਣ ਗਿਆ ਫਿਰ 1। ਉਦਾਂ ਹੀ ਕਰੀ ਫਿਰ ਆਇਡੈਂਟੀਟੀ ਬਣ ਗਈ, ਇਸ ਤੋਂ ਬਾਅਦ ਫਿਰ ਵੈਲਿਊ ਰਿਪੀਟ ਹੋਣੀ ਸ਼ੁਰੂ ਹੋਈ ਹੈ। ਆਇਓਟਾ 9 ਫਿਰ ਆਇਓਟਾ ਬਣ ਜਾਣਾ, ਫਿਰ ਅੱਗੇ ਜਾ ਕੇ ਸਮ ਆਣਾ ਇਦਾਂ ਦੇ ਆਣਗੇ। ਆਇਓਟਾ ਦੀ ਪਾਵਰ 236 ਕਿੰਨਾ ਹੋ ਗਿਆ, ਆਇਓਟਾ ਦੀ ਪਾਵਰ 52 ਕਿੰਨਾ ਹੋ ਗਿਆ, ਆਇਓਟਾ ਦੀ ਪਾਵਰ 37 ਕਿੰਨਾ ਹੋ ਗਿਆ। ਇਹ ਕਿੱਦਾਂ ਕਰਨੇ ਸੋਲਵ ਦੇਖਾਂਗੇ ਜਦੋਂ ਆਏਗਾ। ਫਿਲਹਾਲ ਤੁਸੀਂ ਆਇਓਟਾ ਦੀ ਪਾਵਰ ਯਾਦ ਰੱਖਿਓ। ਫਿਰ ਆਪਾਂ ਸ਼ੁਰੂ ਤੋਂ ਉੱਥੇ ਆ ਗਏ ਜਿੱਥੋਂ ਆਪਾਂ ਚੱਲੇ ਸੀ ਕੰਪਲੈਕਸ ਨੰਬਰ, ਰੀਅਲ ਪਲੱਸ ਇਮੇਜਨਰੀ ਪਾਰਟ। ਹੁਣ ਆਪਾਂ ਦੇਖਦੇ ਹਾਂ ਵੀ ਕੰਪਲੈਕਸ ਨੰਬਰ ਐਡ ਕਿੱਦਾਂ ਹੁੰਦੀ ਹੈ, ਸਬਟ੍ਰੈਕਟ ਕਿੱਦਾਂ ਹੁੰਦੀ ਹੈ, ਐਡ ਕਿੱਦਾਂ ਹੁੰਦੀ ਹੈ, ਸਬਟ੍ਰੈਕਟ ਕਿੱਦਾਂ ਹੁੰਦੀ ਹੈ, ਤੇ ਮਲਟੀਪਲਾਈ ਕਿੱਦਾਂ ਹੁੰਦੀ ਹੈ। ਜਿੱਦਾਂ ਇਹ ਕੰਪਲੈਕਸ ਨੰਬਰ ਆ ਗਿਆ, ਉਹਨੇ ਕਹਿਣਾ ਇਹਨਾਂ ਨੂੰ ਪਲੱਸ ਕਰੋ। ਤੇ ਕੰਪਲੈਕਸ ਨੰਬਰ ਐਡ ਕਿੱਦਾਂ ਹੁੰਦੇ ਆ, ਰੀਅਲ ਪਾਰਟ 'ਚ ਰੀਅਲ ਪਾਰਟ ਐਡ ਹੋਈ ਨਾ, ਤੇ ਇਮੇਜਨਰੀ ਪਾਰਟ 'ਚ ਇਮੇਜਨਰੀ ਪਾਰਟ। ਰੀਅਲ ਪਾਰਟ 'ਚ ਰੀਅਲ ਪਾਰਟ ਐਡ ਹੋਈ ਨਾ, ਤੇ ਇਮੇਜਨਰੀ ਪਾਰਟ 'ਚ ਇਮੇਜਨਰੀ ਪਾਰਟ। ਕਾਫੀ ਸਾਰੀਆਂ ਚੀਜ਼ਾਂ ਆਉਂਦੀਆਂ, ਦੀਆਂ ਪ੍ਰੋਪਰਟੀਜ਼ ਬੜੀਆਂ ਆਪਾਂ ਕਰਾਂਗੇ ਆਹਿਸਤਾ ਆਹਿਸਤਾ। ਐਡੀਸ਼ਨ ਆਫ ਕੰਪਲੈਕਸ ਨੰਬਰਸ, ਜਿੱਦਾਂ ਦੋ ਕੰਪਲੈਕਸ ਨੰਬਰ ਹੈ, ਇਹ ਐਡ ਕਿੱਦਾਂ ਹੋਣਗੇ, ਰੀਅਲ ਪਾਰਟ 'ਚ ਰੀਅਲ ਪਾਰਟ ਤੇ ਇਮੇਜਨਰੀ 'ਚ ਇਮੇਜਨਰੀ। ਇਹ ਕਿੰਨਾ ਆ ਗਿਆ 5, 3 ਆਇਓਟਾ -5 ਆਇਓਟਾ -2 ਆਇਓਟਾ। ਸਿੰਪਲੀ ਐਡ ਉਦਾਂ ਹੀ ਕਰਨਾ ਜਿੱਦਾਂ ਆਪਾਂ ਪੜ੍ਹਦੇ ਸੀ ਪਹਿਲਾਂ ਕੀਤਾ।
ਇਓਟਾ ਅਗਰ ਇੱਥੇ x ਹੁੰਦਾ ਮੰਨ ਲਓ ਇਓਟਾ ਦੀ ਜਗ੍ਹਾ ਤੇ ਫਿਰ ਵੀ ਆਈ ਕਦੇ ਹੀ ਬਿਨਾ x ਵਾਲੀਆਂ ਬਿਨਾ x 'ਚ ਤੇ x ਵਾਲੀਆਂ x 'ਚ ਉਦਾਂ ਹੀ ਇਓਟਾ ਆ ਗਿਆ i ਇਓਟਾ ਬਿਨਾ ਇਓਟਾ ਵਾਲੀਆਂ ਬਿਨਾ ਇਓਟਾ 'ਤੇ ਐਡ ਹੋਈਆਂ ਤੇ ਇਓਟਾ ਵਾਲੀਆਂ ਇਓਟਾ ਵਾਲੇ 'ਚ ਇਹ ਸਾਡੇ ਕੋਲ ਆ ਗਈ ਐਡੀਸ਼ਨ ਉਦਾਂ ਹੀ ਸਬਟਰੈਕਟ ਕਰੋ अच्छा चलो मान लो जी एडिशन इदा होंगी 2 इयोटा प्लस 5 माइनस 6 इयोटा या प्लस ही ला लो ये दोनों को प्लस करो तो भी कोई गल नहीं घबराना नहीं है अगर रियल पार्ट नहीं है कोई गल नहीं रहन दो रियल पार्ट 6 इयोटा प्लस 2 इयोटा जे नहीं है स्टेप करना रहन दो 5 प्लस 8 इयोटा ये साडे को आ गया उदा ही अगर विच माइनस हुंदा तो दो कंपलैक्स नंबर सबट्रैक्ट किद्दां हुंदे हैं फिर उदा ही रियल पार्ट सबट्रैक्ट होने तो इमेजिनरी एडिशन भी उदा होनी है तो सबट्रैक्शन भी उदा ही होनी है रियल पार्ट ऐड होनी है तो रियल पार्ट माइनस इस तो पहला माइनस है पता अंदर साइन चेंज होने हैं आप छोटिया क्लासा च पढ़िया सी फिर कितना आ गया -1 प्लस 8 इदा छोटे छोटे सम हो गए तेरे को कंपलैक्स नंबर की एक्सरसाइज से पहले हाउ टू ऐड हाउ टू सबट्रैक्ट कंपलैक्स नंबर उदा ही हूँ आप मल्टीप्लीकेशन देख लीए फिर नैक्सट वीडियो के मैं तुम्हें सम दाँगा थोड़ी जी या तुम मैं मैसेज से भी WhatsApp के अपने ग्रुप के सम की फोटो खिंच के भेजागा तुम सॉल्व करो एडिशन सबट्रैक्शन के फिर वो जो प्रॉब्लम्स होंगे दस्यो इतने शेयर करांगे आप करांगे सॉल्व यह हो गई एडिशन ते सबट्रैक्शन फिर उदा ही दो कंपलैक्स नंबर मल्टीप्लाई किद्दां हुंदे है ना दो कंपलैक्स नंबर मल्टीप्लाई विच साइन मल्टीप्लाई है मल्टीप्लाई उदा ही होनी है जिद्दां छोटी क्लासां च करदे पहला 1 नाल सारे करो मैं पूरा सॉल्व कर देना तुहानूं फिर इयोटा नाल सारे करो अच्छा जो 1 ना करोगे 3 प्लस इयोटा 3 इयोटा प्लस इयोटा स्क्वायर है कितना आ गया 3 प्लस इयोटा प्लस 3 इयोटा अच्छा हूँ इतने देखना इयोटा स्क्वायर आ गया पर आप जो भी कंपलैक्स नंबर सॉल्व करना मैं तुम्हें पहले कहा थी कंपलैक्स नंबर कभी भी इयोटा की हायर पावर च नहीं लिखना आप इयोटा च ही लिखना कई बार की होंगे इयोटा की पावर कई रियल बन जाती है कई इयोटा च ही रह जाती है जिदा इयोटा 4 1 ही इयोटा 4 1 ही रियल बन गया है ना इस करके सानू देखना पैंदा हुण इयोटा स्क्वायर तुहानूं दस्सिया पिछे इयोटा स्क्वायर कितना हुंदा है -1 पिछों देख लियो आप पढ़िया इयोटा स्क्वायर कितना होंदा है -1 वैल्यू पुट करती हुण इहदे विच रियल पार्ट 3 प्लस माइनस माइनस हो गया तो यह इयोटा 4 इयोटा 2 प्लस 4 इयोटा ये रियल पार्ट कितना आ गया 2 तो इमेजिनरी कितना आ गया 4 यह कि तुहाडे को हो गया मल्टीप्लाई एडिशन ते सबट्रैक्शन इस तो बाद एक और चीज़ देख लो लास्ट च कंपलैक्स नंबर कभी भी डिनोमीनेटर च नहीं आता जिदा आप 10th च पढ़िया ही 10th च की पढ़िया ही आप कि रैशनल नंबर कभी डिनोमीनेटर च नहीं आता है तो रैशनल नंबर मतलब अनरूट वाले है तो यह भी अनरूट वाले ही है ना जिदा आप 10th च पढ़िया कि अनरूट कभी भी डिनोमीनेटर च नहीं आता जे आता तो आपको की कर देंगे ही रैशनलाइज कर देंगे ही है ना ये भी वही चीज़ है कंपलैक्स नंबर कभी भी डिनोमीनेटर च नहीं आता जिदा मान लो तुहानूं कोई इदा आ जाता ऐदा आप कंपलैक्स नंबर लिखना ही नहीं है कुछ भी हो सकता है इनू आप डिवाइड भी कहते हैं भी कंपलैक्स नंबर डिवाइड कंपलैक्स नंबर कभी भी डिनोमीनेटर च नहीं आता अगर डिनोमीनेटर च आता है जिदा आप 10th च पढ़िया ही यह भी तो ही इसका मतलब यही आ गया ना जो मतलब मैं इतना लिखना 1/2 इयोटा इसका मतलब की हो गया 1 प्लस 2 नहीं इदा लिख लो 1 प्लस इसका मतलब एक्चुअली की हो गया ही हो गया 1 प्लस अंडरूट -4 4 का अंडरूट कितना है 2 तो -1 का इयोटा यही है अगर 10th ਦੇ ਵਿੱਚ ਇੱਥੇ ਮਾਈਨਸ ਦੀ ਜਗ੍ਹਾ ਪਲੱਸ ਹੁੰਦਾ ਤਾਂ ਆਪਾਂ ਇਹਨੂੰ ਕੀ ਕਰ ਦਿੰਦੇ ਸੀ ਇਹਨੂੰ ਰੈਸ਼ਨਲਾਈਜ਼ ਕਰ ਦਿੰਦੇ ਸੀ ਹੁਣ ਸਾਡੇ ਕੋਲ ਇਹੀ ਚੀਜ਼ ਹੈ ਤੇ ਬੇਸਿਕਲੀ ਇਓਟਾ ਦਾ ਮਤਲਬ ਕੀ ਹੈ ਅੰਡਰੂਟ -1 ਜੇ ਇਹ ਨਹੀਂ ਆਉਂਦੇ ਅੰਡਰੂਟ ਦੇ ਵਿੱਚ ਡਿਨੋਮੀਨੇਟਰ ਦੇ ਵਿੱਚ ਤੇ ਇਹ ਵੀ ਨਹੀਂ ਆਉਂਦੇ ਇਹਨੂੰ ਆਪਾਂ ਕੀ ਕਹਿੰਦੇ ਹੁੰਦੇ ਸੀ ਰੈਸ਼ਨਲ ਨੰਬਰ ਨੂੰ ਕੀ ਕਹਿੰਦੇ ਜ਼ਿਆਦਾ ਆ ਜਾਂਦਾ ਸੀ ਜਾਂ 1 ਛੱਡ ਦੋ ਸਿੱਧੇ ਗਿਆ ਜਾਂਦਾ ਹੁੰਦਾ ਅੰਡਰੂਟ 3 ਇਹਨੂੰ ਕਹਿੰਦੇ ਰੈਸ਼ਨਲਾਈਜ਼ ਕਰਦੇ ਹੁੰਦੇ ਸੀ ਹੈ ਨਾ ਇਹ ਪੜਿਆ ਤੁਸੀਂ ਰੈਸ਼ਨਲਾਈਜ਼ ਦੋ ਹੈ ਨਾ ਇਹਦੇ ਵਿੱਚ ਵੀ ਡਿਨੋਮੀਨੇਟਰ ਤੇ ਕਦੀ ਵੀ ਰੈਸ਼ਨਲਾਈਜ਼ ਕਰਦੇ ਹੀ ਕਿਉਂ ਰੈਸ਼ਨਲਾਈਜ਼ ਕਰਕੇ ਸਾਡੇ ਕੋਲ ਬਣ ਕੀ ਜਾਂਦੇ ਥੱਲੇ आंसर आ जाता है ना डिनोमिनेटर उदा ही ये भी थले नहीं आना चाहिए अगर आता है तो इनू की बोल देना है जिदा वो कितना रैशनलाइज है ना
अगर ऐसी अगर यदि बजाय इदा होंदा, अच्छा 2 लगा लो नाल, इदा होंदा 2 प्लस, फिर आप कहते हैं 2 माइनस अंडर 3, 2 माइनस अंडर 3 नाल फिर अगे कंटिन्यू तुम कर लेंगे है ना। उदा ही आ गया, इनू भी उदा ही करना, अगर प्लस है तो 1 माइनस 2 इोटा ना मल्टीप्लाई, तो 1 माइनस 2 इोटा नाल डिवाइड, जिथे माइनस होंदा तो इतने की कर देना ही प्लस नाल, जिदा बिल्कुल सेम मुद्दा जिदा आप उस किया। उत्थे इनू की बोलते ही रैशनलाइजेशन है ना, इनू की बोलते ही रैशनलाइजेशन, पर इनू आप की बोलता है रियलाइजेशन। कुछ इनू रैशनलाइजेशन बोलते हैं, रैशनलाइजेशन नहीं होंदा उदा ही है, पर अपन की बोलना रियलाइजेशन, क्यों? क्योंकि आप डिनोमीनेटर की करना है, कंपलैक्स नंबर को कन्वर्ट करके की बन जाता है, रियल नंबर बनता है। रियलाइजेशन का रैशनलाइजेशन का मतलब है नहीं गा, आप 10th के फिर आइए जी, रैशनलाइजेशन का मतलब है नहीं होंदा 2 माइनस अंडर 3 मल्टीप्लाई करता, 2 माइनस अंडर 3 डिवाइड करता, नहीं। रैशनलाइज का मतलब की होंदा ही जिन्हें सॉल्व करते हो a माइनस बी ए प्लस बी, है ना। ऐसा देखो थले की बन जाता ही रियल नंबर, इनू कहते रैशनलाइजेशन। मेकिंग इरैशनल टू रैशनल, मेकिंग इरैशनल टू रैशनल इन द डिनोमिनेटर इज कॉल्ड रैशनलाइजेशन। ऐ नहीं होंदा रैशनलाइजेशन, ऐ तो सिंपल मल्टीप्लाई डिवाइड किया, क्योंकि सानू पता किसी भी नंबर ना मल्टीप्लाई डिवाइड कर दिए कोई सेम नंबर तो उन्होंने कोई फर्क नहीं पैंदा। उदा ही रियलाइजेशन की होंदी है, रियलाइजेशन की होंदी है जिन्हें तुम सॉल्व करोगे करना वही है प्लस है तो प्लस। तो यह जो साढ़े को आया सॉल्व करके, ध्यान नाल देखना, 1 का स्केयर 1 माइनस 2 का 4th इोटा का स्केयर, मैं उधर रब कर देना, ठीक है। इसे आप रियलाइजेशन बहुत छोटा होने के कारण यह कितना आ गया साढ़े को, नीचे कंटिन्यू करियो, 1 माइनस 2 इोटा 1 माइनस 4 इोटा स्केयर कितना होंदा है -1, 1 माइनस 2 इोटा 1 प्लस 4, ऐसा देखो की बन गया 1 माइनस 2 इोटा बाय 5, मैं इतने लिख देना की बन गया साढ़े को सॉल्व करके 1 माइनस 2 इोटा बाय 5। अगर ये वखरा वखरा करके लिखना था 1/5, इतना वखरा लिख लो, इतना वखरा, ऐसा देखो की बन गया रियल पार्ट, है की बन गया इमेजिनरी पार्ट। ये आंसर च लिखना था, रियल पार्ट कितना आ गया 1/5, इमेजिनरी पार्ट कितना आ गया -2/5। क्योंकि आप जो भी कंपलैक्स नंबर कंपेयर करना तो x प्लस इोटा y देना। ए तुम थोड़े जे सम ट्राई करियो, अगर किसी को बुक्स है ठीक है, नहीं तेन देखियो तो मैं तेरे ग्रुप के एक फोटो क्लिक करके पावांगा, वो तुम देखियो एडिशन सबट्रैक्शन मल्टीप्लिकेशन कंपलैक्स नंबर च किद्दां होंदियां किद्दां नहीं। तो थैंक यू बेटा, बस अज इतना ही करांगे, बाकी नैक्सट लैक्चर